ਅੱਛਾ ਬੇਟਾ, ਹੁਣ ਆਪਾਂ 6ਵੀਂ ਕਲਾਸ ਦਾ ਅਧਿਆਇ 1 ਵਿੱਚ ਸਭ ਤੋਂ ਮੇਨ ਜਿਹੜੀ ਚੀਜ਼ ਸਾਡੇ ਕੋਲ ਭਾਰਤੀ ਸੰਖਿਅਕ ਪ੍ਰਣਾਲੀ ਤੇ ਅੰਤਰਰਾਸ਼ਟਰੀ ਸੰਖਿਅਕ ਪ੍ਰਣਾਲੀ, ਇਹਦੇ ਬਾਰੇ ਸਿੱਖਾਂਗੇ ਕਿ ਭਾਰਤੀ ਸੰਖਿਅਕ ਪ੍ਰਣਾਲੀ ਤੇ ਅੰਤਰਰਾਸ਼ਟਰੀ ਸੰਖਿਅਕ ਪ੍ਰਣਾਲੀ ਦੇ ਵਿੱਚ ਕੀ ਫਰਕ ਹੈ। ਕਿਸ ਤਰ੍ਹਾਂ ਸਾਨੂੰ ਯਾਦ ਰੱਖਣਾ ਹੈ ਕਿ ਭਾਰਤੀ ਸੰਖਿਅਕ ਪ੍ਰਣਾਲੀ ਦੇ ਵਿੱਚ ਲਿਖਣਾ ਹੈ ਤਾਂ ਕਿਸ ਤਰੀਕੇ ਨਾਲ ਲਿਖਣਾ ਹੈ, ਤੇ ਅੰਤਰਰਾਸ਼ਟਰੀ ਸੰਖਿਅਕ ਪ੍ਰਣਾਲੀ ਦੇ ਵਿੱਚ ਲਿਖਣਾ ਹੈ ਤਾਂ ਕਿਸ ਤਰੀਕੇ ਨਾਲ ਲਿਖਣਾ ਹੈ। ਮੈਂ ਬਹੁਤ ਹੀ ਸੌਖੇ ਢੰਗ ਨਾਲ ਸਮਝਾਊਂਗਾ ਬੇਟਾ। ਮੇਰੇ ਇੱਕ ਵੀਡੀਓ, ਇਸ ਪੂਰੀ ਵੀਡੀਓ ਦੇਖਣ ਤੋਂ ਬਾਅਦ ਮੈਂ ਗਰੰਟੀ ਲੈਣਾ ਕਿ ਤੁਹਾਨੂੰ ਇਹ ਭੁੱਲ ਨਹੀਂ ਸਕਦਾ ਕਿ ਭਾਰਤੀ ਸੰਖਿਅਕ ਪ੍ਰਣਾਲੀ ਕੀ ਹੁੰਦੀ ਹੈ ਤੇ ਅੰਤਰਰਾਸ਼ਟਰੀ ਸੰਖਿਅਕ ਪ੍ਰਣਾਲੀ ਕੀ ਹੁੰਦੀ ਹੈ। ਅਸੀਂ ਪਹਿਲਾਂ ਭਾਰਤੀ ਸੰਖਿਅਕ ਪ੍ਰਣਾਲੀ ਦੇ ਬਾਰੇ ਸਮਝਾਂਗੇ, ਫਿਰ ਉਸ ਦੇ ਆਧਾਰਿਤ ਕੁਝ ਸਵਾਲ ਕਰਾਂਗੇ, ਫਿਰ ਅਸੀਂ ਅੰਤਰਰਾਸ਼ਟਰੀ ਸੰਖਿਅਕ ਪ੍ਰਣਾਲੀ ਵਾਲੇ ਪੜ੍ਹ ਕੇ ਉਹਨਾਂ ਦੇ ਸਵਾਲਾਂ ਨੂੰ ਹੱਲ ਕਰਾਂਗੇ। ਧਿਆਨ ਨਾਲ ਦੇਖਣਾ ਹੈ। ਹੁਣ ਭਾਰਤੀ ਸੰਖਿਅਕ ਪ੍ਰਣਾਲੀ ਨੂੰ ਇੰਗਲਿਸ਼ ਵਿੱਚ ਇੰਡੀਅਨ ਸਿਸਟਮ ਆਫ ਨਿਊਮਰੇਸ਼ਨ ਕਹਿੰਦੇ ਆ। ਭਾਰਤੀ ਮਤਲਬ ਇੰਡੀਅਨ। ਹੁਣ ਇਹਦੇ ਵਿੱਚ ਕੀ ਹੁੰਦਾ ਹੈ, ਧਿਆਨ ਨਾਲ ਦੇਖਣਾ ਤੁਸੀਂ। ਸਭ ਤੋਂ ਪਹਿਲਾਂ ਹੁੰਦਾ ਇਕਾਈ। ਆਹ ਲਾਈਨ ਯਾਦ ਕਰਨੀ ਹੈ ਬਸ। ਇਕਾਈ, ਦਹਾਈ, ਸੈਂਕੜਾ, ਹਜ਼ਾਰ, 10,000, ਲੱਖ, 10 ਲੱਖ, ਫਿਰ ਕਰੋੜ, ਫਿਰ 10 ਕਰੋੜ। ਇਕਾਈ ਯਾਦ ਰੱਖਣਾ ਹੈ। ਇਕਾਈ ਨੂੰ ਇੰਗਲਿਸ਼ ਵਿੱਚ ਅਸੀਂ ਕੀ ਬੋਲਦੇ ਹਾਂ? ਵਨਸ। ਵਨਸ, ਟੈਨਸ, 100, ਥਾਊਜ਼ੈਂਡਸ, 10,000, ਲੱਖ, 10 ਲੱਖ, ਕਰੋੜ, 10 ਕਰੋੜ। ਮਤਲਬ ਤੁਸੀਂ ਇੱਕ ਚੀਜ਼ ਯਾਦ ਰੱਖਣੀ ਹੈ ਕਿ ਵਨਸ, ਟੈਨਸ, ਹੰਡਰਡਸ, ਇਹ ਜਿਹੜਾ ਘਰ ਹੈ, ਇਕਾਈ, ਦਹਾਈ, ਸੈਂਕੜਾ, ਇਹ 100 ਦਾ ਘਰ ਹੈ। 1000, 10,000, 1000 ਦਾ ਘਰ ਹੈ। ਲੱਖ, 10 ਲੱਖ, ਲੱਖ ਦਾ ਘਰ ਹੈ। ਕਰੋੜ, 10 ਕਰੋੜ, ਕਰੋੜ ਦਾ ਘਰ ਹੈ। ਦੇਖੋ ਮੈਂ ਲਿਖਿਆ ਹੈ ਕਿ ਆਹ ਜਿਹੜੇ ਪਹਿਲੇ 3 ਖਾਨੇ ਇੰਡੀਅਨ ਸਿਸਟਮ ਦੇ ਵਿੱਚ, ਭਾਰਤੀ ਸਿਸਟਮ ਵਿੱਚ ਸਭ ਤੋਂ ਪਹਿਲੇ ਇੱਕ ਗੱਲ ਯਾਦ ਰੱਖ ਲਓ, ਜਦੋਂ ਵੀ ਤੁਸੀਂ ਕੌਮੇ ਲਾਣੇ ਆ, ਸਭ ਤੋਂ ਪਹਿਲਾਂ 3 ਅੱਖਰ ਤੋਂ ਬਾਅਦ ਲੱਗਣੇ ਆ, ਉਸ ਤੋਂ ਬਾਅਦ ਸਿਰਫ 2-2 ਅੱਖਰਾਂ ਬਾਅਦ ਹੀ ਲੱਗੀ ਜਾਣੀ ਹੈ। ਯਾਦ ਰੱਖ ਲਿਓ। ਭਾਰਤੀ ਸੰਖਿਅਕ ਪ੍ਰਣਾਲੀ ਦੇ ਵਿੱਚ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਹਾਡੇ ਜਿਹੜੇ ਕੌਮੇ ਹੈ 3 ਅੱਖਰ ਤੋਂ ਬਾਅਦ, ਫਿਰ 2-2 ਅੱਖਰ ਤੋਂ ਬਾਅਦ ਲੱਗਣੇ ਹਨ। ਪਹਿਲਾਂ ਹੀ 3 ਅੱਖਰ ਹੋਣਗੇ ਬਸ। ਇਸ ਗੱਲ ਨੂੰ ਬਿਲਕੁਲ ਧਿਆਨ ਰੱਖਿਓ। 3 ਅੱਖਰਾਂ ਦਾ ਘਰ 100 ਪੰਜਾਬੀ ਦੇ ਵਿੱਚ, ਤੇ ਇੰਗਲਿਸ਼ ਵਿੱਚ 100 ਦਾ ਘਰ ਹੈ। ਆ 2 ਤੋਂ ਬਾਅਦ 1000 ਦਾ ਘਰ ਆਉਂਦਾ ਹੈ, ਉਸ ਤੋਂ ਬਾਅਦ ਲੱਖ ਆਉਂਦਾ ਹੈ, ਉਸ ਤੋਂ ਬਾਅਦ ਕਰੋੜ। ਇੰਨਾ ਕੁ ਤਾਂ ਯਾਦ ਕਰ ਸਕਦੇ ਹੋ ਨਾ। ਇਹ ਚੀਜ਼ ਵੀ ਜੇ ਭੁੱਲ ਜਾਂਦੀ ਹੈ, ਮੈਂ ਤੁਹਾਨੂੰ ਹੋਰ ਸੌਖਾ ਕਰ ਦੇਣਾ ਹੈ। ਪਹਿਲੇ 3 ਅੱਖਰ 100 ਦੇ ਨੇ, ਉਸ ਤੋਂ ਬਾਅਦ 2 ਅੱਖਰ 1000 ਦੇ, ਫਿਰ ਲੱਖ ਦੇ, ਫਿਰ ਕਰੋੜ ਦੇ। ਹੁਣ ਦੇਖੋ ਕਿਸ ਤਰੀਕੇ ਨਾਲ ਮੈਂ ਤੁਹਾਨੂੰ ਸਮਝਾ ਰਿਹਾ ਹਾਂ। ਇਹ ਤੁਹਾਡਾ ਇੱਕ ਸਵਾਲ ਹੈ। 8 7 5 9 5 7 6 2 ਮੈਂ ਕੌਮੇ ਲਾਏ। ਧਿਆਨ ਨਾਲ ਦੇਖੋ। ਮੈਂ ਤੁਹਾਨੂੰ ਦੱਸਿਆ 1 2 3 ਤੋਂ ਬਾਅਦ ਕੌਮਾ, ਫਿਰ 2 ਤੋਂ ਬਾਅਦ ਕੌਮਾ, ਫਿਰ 2 ਤੋਂ ਬਾਅਦ ਕੌਮਾ, ਤੇ ਅੱਗੇ ਇੱਕੋ ਰਕਮ ਬਚ ਗਈ ਤੇ ਉਹੀ ਰਹੇਗੀ। ਪਹਿਲਾ ਘਰ 100 ਦਾ ਹੈ, ਦੂਜਾ 1000 ਦਾ ਹੈ, ਤੀਜਾ ਲੱਖ ਦਾ ਹੈ, ਚੌਥਾ ਕਰੋੜ ਦਾ ਹੈ। ਹੁਣ ਤੁਸੀਂ ਧਿਆਨ ਨਾਲ ਦੱਸਣਾ ਹੈ ਕਿ ਇਸ ਘਰ ਦੇ ਵਿੱਚ ਕਿਹੜਾ ਮੈਂਬਰ ਹੈ? 8, ਤਾਂ 8 ਕਰੋੜ। ਇਸ ਵਿੱਚ ਕੀ ਲਿਖਿਆ ਹੈ? 7 5 75, 75 ਲੱਖ। ਇਹਦੇ ਵਿੱਚ ਕੀ ਲਿਖਿਆ ਹੈ? 95, 95,000। ਇਹਦੇ ਵਿੱਚ ਕੀ ਲਿਖਿਆ ਹੈ? 700। 7 ਨਾਲ ਕੀ ਲੱਗਣਾ ਹੈ? 100। ਅੱਗੇ ਤੁਹਾਨੂੰ ਪਤਾ ਹੈ 6 ਤੇ 2 ਹੁੰਦਾ ਹੈ 62। 8 ਕਰੋੜ 75 ਲੱਖ 95,762। ਬਹੁਤ ਹੀ ਸੌਖੇ ਢੰਗ ਨਾਲ ਅਸੀਂ ਕੰਪਲੀਟ ਕਰ ਲਿਆ ਹੈ। 8 ਕਰੋੜ 75 ਲੱਖ 95,762। ਇੰਗਲਿਸ਼ ਵਾਲਾ ਬੱਚਾ ਹੋਵੇ ਚਾਹੇ ਪੰਜਾਬੀ ਵਾਲਾ ਬੱਚਾ ਹੋਵੇ, ਅਸੀਂ ਸਿਰਫ ਘਰ ਦੇ ਮੈਂਬਰ ਪੜ੍ਹਨੇ ਨੇ। ਇਸ ਘਰ ਦੇ ਮੈਂਬਰ ਪੜ੍ਹ ਕੇ ਘਰ ਬੋਲਣਾ, ਫਿਰ ਇਸ ਘਰ ਦਾ ਮੈਂਬਰ ਪੜ੍ਹਨਾ ਹੈ, ਫਿਰ ਘਰ ਦੀ ਆਵਾਜ਼ ਆਊਗੀ। ਇਸ ਘਰ ਦਾ ਮੈਂਬਰ ਪੜ੍ਹ ਕੇ ਘਰ ਦੀ ਆਵਾਜ਼ ਆਊਗੀ। 100 ਲਈ ਆਹ ਮੈਂਬਰ ਹੈ ਬੇਟਾ। 100 ਦਾ ਘਰ ਪੜ੍ਹਨਾ 7 ਵਾਸਤੇ 700, ਤੇ ਅਖੀਰਲੇ 2 ਅੱਖਰ ਤੁਹਾਨੂੰ ਪਤਾ ਹੀ ਹੈ। 100 ਤੱਕ ਦੀ ਗਿਣਤੀ ਤਾਂ ਸਾਰਿਆਂ ਨੂੰ ਆਉਂਦੀ ਹੈ ਕਿ ਇਹ 62 ਲਿਖਿਆ ਹੈ, ਤੇ ਮੈਂ ਲਿਖ ਚੁੱਕਾ। ਦੇਖੋ 8 ਕਰੋੜ 75 ਲੱਖ 95,762। 8 ਕਰੋੜ 75 ਲੱਖ 95,762। ਹੁਣ ਤੁਸੀਂ ਦੇਖੋ ਸਵਾਲ ਹੈ ਸਾਡੇ ਕੋਲ, ਢੁਕਵੇਂ ਸਥਾਨਾਂ ਤੇ ਅਲਪ ਵਿਰਾਮ ਲਗਾਓ ਅਤੇ ਸੰਖਿਆ ਨਾਵਾਂ ਨੂੰ ਭਾਰਤੀ ਲੇਖਣ ਪ੍ਰਣਾਲੀ ਦੇ ਰੂਪ ਵਿੱਚ ਲਿਖੋ। ਮਤਲਬ ਕੌਮੇ ਵੀ ਲਗਾਉਣੇ ਨੇ ਤੇ ਭਾਰਤੀ ਪ੍ਰਣਾਲੀ ਸੰਖਿਆ ਲੇਖਣ ਪ੍ਰਣਾਲੀ ਵਿੱਚ ਲਿਖਣਾ ਵੀ ਹੈ। ਹੁਣ ਤੁਸੀਂ ਧਿਆਨ ਨਾਲ ਦੇਖਣਾ ਹੈ। ਅਸੀਂ ਸਵਾਲ ਲਿਖਣ ਜਾ ਰਹੇ ਹਾਂ। ਸਾਡੇ ਕੋਲ ਸਵਾਲ ਹੈਗਾ ਹੈ 8 7 5 9 5 7 6 2। ਤੇ ਤੁਹਾਨੂੰ ਮੈਂ ਸਮਝਾ ਚੁੱਕਾ ਹਾਂ ਕਿ ਜਦੋਂ ਵੀ ਭਾਰਤੀ ਸੰਖਿਅਕ ਪ੍ਰਣਾਲੀ ਦੇ ਵਿੱਚ ਕੌਮੇ ਲਾਣੇ ਨੇ, ਪਹਿਲਾਂ 3 ਅੱਖਰ ਤੋਂ ਬਾਅਦ ਕੌਮਾ, ਫਿਰ 2 ਤੋਂ ਬਾਅਦ ਕੌਮਾ, ਫਿਰ 2 ਤੋਂ ਬਾਅਦ ਕੌਮੇ। ਤੇ ਪਹਿਲਾ ਘਰ ਸਾਡੇ ਕੋਲ ਕਿਹਦਾ ਹੈ? 100 ਦਾ ਹੈ। ਦੂਜਾ ਘਰ ਸਾਡੇ ਕੋਲ ਕਿਹੜਾ ਹੈ? 1000 ਦਾ, ਲੱਖ ਦਾ ਤੇ ਕਰੋੜ ਦਾ। ਤੇ ਆਪਾਂ ਲਿਖ ਲਿਆ। ਦੇਖੋ ਹੁਣ ਤੁਸੀਂ ਪੜ੍ਹੋ, ਆਪਣੇ ਆਪ ਪੜ੍ਹੋਗੇ ਤੁਸੀਂ। ਦੇਖੋ ਆ ਕੀ ਲਿਖਿਆ? 8, ਇਹ ਹੈ 75,
ਇਹ ਹੈ 95, ਇਹ ਹੈ 7 62, ਇੰਨਾ ਤਾਂ ਤੁਹਾਨੂੰ ਪੜ੍ਹਨਾ ਆਉਂਦਾ ਹੀ ਹੈ ਨਾ। ਤੇ 8 ਕਰੋੜ 75 ਲੱਖ 95,762 ਇਹ ਤੁਹਾਡੇ ਕੋਲ ਸਵਾਲ ਬਣ ਗਿਆ ਹੈ। ਧਿਆਨ ਨਾਲ ਦੇਖਣਾ ਹੈ। ਤੇ ਆਪਾਂ ਲਿਖ ਚੁੱਕੇ ਹਾਂ, ਦੇਖੋ 8 ਕਰੋੜ 75 ਲੱਖ 95,762, 8 ਕਰੋੜ 75 ਲੱਖ 95,762। ਹੁਣ ਸੈਕਿੰਡ ਪਾਰਟ ਦੇਖੋ ਧਿਆਨ ਨਾਲ। ਹੁਣ ਕੁਐਸਚਨ ਸਾਡੇ ਕੋਲ 8546283 ਤੇ ਤੁਹਾਨੂੰ ਮੈਂ ਸਮਝਾ ਚੁੱਕਾ ਹਾਂ ਕਿ ਜਦੋਂ ਵੀ ਅਸੀਂ ਕੌਮੇ ਲਾਣੇ ਹਨ 3 ਤੋਂ ਬਾਅਦ ਪਹਿਲਾ ਕੌਮਾ, ਫਿਰ 2 ਤੋਂ ਬਾਅਦ, ਫਿਰ 2 ਹੀ ਅੱਖਰ ਨੇ। ਹੁਣ ਯਾਦ ਰੱਖਣਾ ਹੈ ਕਿ ਸਾਡੇ ਕੋਲ ਜਿਹੜਾ ਪਹਿਲਾ ਘਰ ਹੈ ਉਹ ਕਿਹੜਾ ਹੈ? 100 ਦਾ, ਫਿਰ 1000 ਦਾ, ਫਿਰ ਲੱਖ ਦਾ। ਇਸ ਗੱਲ ਦਾ ਧਿਆਨ ਰੱਖਣਾ ਹੈ। ਹੁਣ ਦੇਖੋ ਕੀ ਲਿਖਾਂਗੇ। ਇਸ ਘਰ ਦਾ ਮੈਂਬਰ ਹੈ 85, ਇਸ ਘਰ ਦਾ ਮੈਂਬਰ ਹੈ 46, ਇਸ ਘਰ ਦਾ ਮੈਂਬਰ ਹੈ 283। ਹੁਣ ਕੀ ਲਿਖਾਂਗੇ? 85 ਲੱਖ 46,283 ਜਾਂ 85 ਲੱਖ 46,283। ਬਹੁਤ ਹੀ ਸੌਖੇ ਢੰਗ ਨਾਲ ਪੜ੍ਹਨਾ ਹੈ ਬੇਟਾ, ਇਹ ਤੋਂ ਸੌਖਾ ਨਹੀਂ ਹੋ ਸਕਦਾ ਕਿ ਇਸ ਘਰ ਦਾ ਮੈਂਬਰ ਪੜ੍ਹੋ ਤੇ ਘਰ ਦਾ ਨਾਮ, ਘਰ ਦਾ ਮੈਂਬਰ, ਘਰ ਦਾ ਨਾਮ, ਘਰ ਦਾ ਮੈਂਬਰ, ਘਰ ਦਾ ਨਾਮ ਤੇ ਅਖੀਰ ਦੇ ਵਿੱਚ 83 ਤੁਸੀਂ ਲਿਖਣਾ ਹੋਏਗਾ। ਤੇ ਇਸ ਤਰ੍ਹਾਂ ਬੇਟਾ ਆਪਾਂ ਲਿਖ ਲਿਆ ਹੈ 85 ਲੱਖ 46,283, 85 ਲੱਖ 46,283 ਇਹ ਸਾਡਾ ਆਨਸਰ ਹੋਏਗਾ। ਹੁਣ ਅਗਲਾ ਭਾਗ ਦੇਖਣਾ ਹੈ, ਧਿਆਨ ਨਾਲ ਦੇਖੋ ਸਾਰੇ। ਹੁਣ ਅਗਲੇ ਸਵਾਲ ਦੇ ਵਿੱਚ ਤੁਹਾਨੂੰ ਫਿਰ ਦੱਸਿਆ ਹੋਇਆ ਕਿ 1 2 3 ਤੋਂ ਬਾਅਦ 0, ਫਿਰ 2 ਤੋਂ ਬਾਅਦ 0, ਫਿਰ 2 ਤੋਂ ਬਾਅਦ ਕੌਮਾ, 3 ਤੋਂ ਬਾਅਦ ਕੌਮਾ, 2 ਤੋਂ ਬਾਅਦ ਕੌਮਾ, 2 ਤੋਂ ਬਾਅਦ ਕੌਮਾ। ਇਹ ਘਰ ਸਾਡੇ ਕੋਲ ਹੈ 100 ਦਾ, 1000 ਦਾ, ਲੱਖ ਦਾ ਤੇ ਕਰੋੜ ਦਾ। ਹੁਣ ਤੁਸੀਂ ਕੀ ਲਿਖੋਗੇ? 9 ਕਰੋੜ 99 ਲੱਖ ਤੇ 1000 ਤਾਂ ਹੈ ਹੀ ਨਹੀਂ, 0 ਹੈ ਨਾ, ਉਹਨੂੰ ਨਹੀਂ ਬੋਲਣਾ। ਫਿਰ 9 ਕਰੋੜ 99 ਲੱਖ, ਸਿੱਧਾ ਹੀ ਕੀ ਬਚ ਗਿਆ? ਨਾ 100 ਹੈ ਨਾ 1000 ਹੈ, ਸਿੱਧਾ ਹੀ 46। 9 ਕਰੋੜ 99 ਲੱਖ 46, 9 ਕਰੋੜ 99 ਲੱਖ 46 ਡਾਇਰੈਕਟਲੀ ਤੁਹਾਡਾ ਆਨਸਰ ਆ ਗਿਆ। ਤੇ ਇਸ ਤਰ੍ਹਾਂ ਅਸੀਂ ਲਿਖ ਲਿਆ ਹੈ ਬੇਟਾ 9 ਕਰੋੜ 99 ਲੱਖ 46 ਜਾਂ 9 ਕਰੋੜ 99 ਲੱਖ 46। ਹੁਣ ਅਖੀਰਲਾ ਸਵਾਲ ਚੌਥਾ ਭਾਗ ਧਿਆਨ ਨਾਲ ਦੇਖਣਾ ਸਾਰਿਆਂ ਨੇ। ਹੁਣ ਸਾਡੇ ਕੋਲ ਸਵਾਲ ਹੈ 9 8 4 3 2 7, 3 ਤੋਂ ਬਾਅਦ ਇੱਕ ਕੌਮਾ, 2 ਤੋਂ ਬਾਅਦ ਕੌਮਾ, ਫਿਰ 2 ਤੋਂ ਬਾਅਦ ਕੌਮਾ। ਇਹ ਸਾਡੇ ਕੋਲ ਹੁਣ ਘਰ ਹੈਗਾ 100 ਦਾ, ਇਹ 1000 ਦਾ, ਇਹ ਲੱਖ ਦਾ ਤੇ ਇਹ ਕਰੋੜ ਦਾ। ਹੁਣ ਤੁਸੀਂ ਕੀ ਲਿਖੋਗੇ? ਧਿਆਨ ਨਾਲ ਦੇਖਣਾ ਹੈ। ਆਹ ਘਰ ਦੇ ਵਿੱਚ ਸਿਰਫ 9 ਮੈਂਬਰ ਹੈ, ਇੱਕੋ ਹੀ ਮੈਂਬਰ ਹੈ 9। ਤੇ ਇਸ ਘਰ ਦੇ ਵਿੱਚ 84, ਇਸ ਘਰ ਦੇ ਵਿੱਚ ਕੀ ਲਿਖਿਆ ਹੈ 32, ਇਸ ਘਰ ਵਿੱਚ 701 ਤੇ 9 ਕਰੋੜ 84 ਲੱਖ 32,701, 9 ਕਰੋੜ 84 ਲੱਖ 32,701 ਇਹ ਤੁਹਾਡਾ ਅੰਕਾਂ ਤੋਂ ਅਸੀਂ ਸ਼ਬਦਾਂ ਵਿੱਚ ਵਰਤਿਆ ਹੈ, ਬਦਲ ਦਿੱਤਾ ਹੈ। ਦੇਖੋ ਅਸੀਂ ਲਿਖ ਚੁੱਕੇ ਹਾਂ 9 ਕਰੋੜ 84 ਲੱਖ 32,701 ਜਾਂ 9 ਕਰੋੜ 84 ਲੱਖ 32,701। ਇਸ ਤਰ੍ਹਾਂ ਸਾਨੂੰ ਹੁਣ ਚੰਗੀ ਤਰ੍ਹਾਂ ਇੰਡੀਅਨ ਸਿਸਟਮ ਜਾਂ ਭਾਰਤੀ ਸੰਖਿਅਕ ਪ੍ਰਣਾਲੀ ਵਿੱਚ ਲਿਖਣਾ ਆ ਚੁੱਕਾ ਹੈ। ਅਸੀਂ ਅੰਕਾਂ ਨੂੰ ਸ਼ਬਦਾਂ ਵਿੱਚ ਬਦਲਿਆ ਹੈ। ਹੁਣ ਅਸੀਂ ਸ਼ਬਦਾਂ ਨੂੰ ਅੰਕਾਂ ਵਿੱਚ ਬਦਲਣ ਦੀ ਕੋਸ਼ਿਸ਼ ਕਰਾਂਗੇ। ਧਿਆਨ ਨਾਲ ਦੇਖਿਓ। ਹੁਣ ਸਵਾਲ ਹੈ ਕਿ ਠੀਕ ਤਰ੍ਹਾਂ ਨਾਲ ਅਲਪ ਵਿਰਾਮ ਲਾ ਕੇ ਸੰਖਿਆ ਅੰਕਿਆਂ ਨੂੰ ਅੰਕਾਂ ਵਿੱਚ ਲਿਖਣਾ ਹੈ। ਕਹਿੰਦਾ ਹੈ 73,75,307। ਹੁਣ ਇੱਦਾਂ ਲਿਖਣਾ ਬਹੁਤ ਔਖਾ ਹੋ ਸਕਦਾ ਹੈ। ਤੁਸੀਂ ਕਿੱਦਾਂ ਕਰਨਾ ਹੈ? ਹੁਣ ਧਿਆਨ ਨਾਲ ਦੇਖਣਾ ਹੈ। ਤੁਸੀਂ ਸਭ ਤੋਂ ਪਹਿਲਾਂ 3 1 2 3 ਫਿਰ ਕੌਮਾ, ਫਿਰ 1 ਫਿਰ 2 ਫਿਰ ਕੌਮਾ, ਫਿਰ 1 ਫਿਰ 2 ਫਿਰ ਕੌਮਾ। ਤੁਹਾਨੂੰ ਮੈਂ ਸਮਝਾਇਆ ਸੀ ਕਿ ਇਹ ਜਿਹੜਾ ਘਰ ਹੈ ਇਹ ਸਾਡੇ ਕੋਲ ਕਿਹਦਾ ਹੈ? 100 ਦਾ ਹੈ। ਇਹ ਘਰ ਸਾਡੇ ਕੋਲ ਕਿਹਦਾ ਹੈ? 1000 ਦਾ ਹੈ। ਇਹ ਘਰ ਸਾਡੇ ਕੋਲ ਕਿਹਦਾ ਹੈ? ਲੱਖ ਦਾ ਹੈ। ਤੇ ਇਹ ਘਰ ਸਾਡੇ ਕੋਲ ਕਿਹਦਾ ਹੈ? ਕਰੋੜ ਦਾ ਹੈ। ਇਸ ਤਰ੍ਹਾਂ ਤੁਸੀਂ ਇੱਕ ਆਪਣਾ ਡੱਬਾ ਬਣਾ ਲੈਣਾ ਹੈ ਜਿਸ ਵਿੱਚ ਇੰਗਲਿਸ਼ ਦੇ ਵਿੱਚ ਇਸ ਨੂੰ ਕੀ ਕਿਹਾ ਹੈ ਆਪਾਂ? 100। ਇਸ ਨੂੰ ਆਪਾਂ ਕੀ ਕਿਹਾ ਹੈ? 1000। ਇਸ ਨੂੰ ਲੱਖ ਤੇ ਇਸ ਨੂੰ ਕਰੋੜ। ਹੁਣ ਤੁਸੀਂ ਦੇਖਣਾ ਹੈ ਧਿਆਨ ਨਾਲ ਅਸੀਂ ਕਿੱਦਾਂ ਭਰਾਂਗੇ। ਸਭ ਤੋਂ ਪਹਿਲਾਂ ਅਸੀਂ ਕੀ ਦੇਖਣਾ ਹੈ? 73 ਲੱਖ। ਲੱਖ ਦੇ ਘਰ ਵਿੱਚ ਕਿਹਨੂੰ ਪਾਉਣਾ ਹੈ? 73 ਨੂੰ। ਆਹ ਲੱਖ ਦਾ ਘਰ ਹੈ ਬੇਟਾ। 73 ਸਾਰਿਆਂ ਨੂੰ ਪਤਾ 7 ਤੇ 3 73 ਹੁੰਦੇ ਨੇ। 1000 ਦੇ ਘਰ ਵਿੱਚ ਕੌਣ ਆਊਗਾ? 75। 1000 ਦੇ ਘਰ ਵਿੱਚ ਅਸੀਂ 75 ਨੂੰ ਲਿਖ ਲਿਆ ਹੈ। ਤੇ 100 ਦੇ ਘਰ ਵਿੱਚ ਕੌਣ ਆ ਰਿਹਾ? 307।
7,307। तो इस तरह असी अपनी रकम बना ली है, की बनी है 7,375,307। एक इधर कॉमा है, एक इधर कॉमा है, ये साडा बेटा आंसर है। तुसीं देख सकते हो 73 लैख, जिद्दां ही लैख आया लैख के घर में 73 लिख दो, लिखता 75,000 थाउजेंड के घर के 75 लिख देना है, तो 307 असी 307 अपने 100 के घर में लिख दिता है। इस तरह असी अंकों में बदलिया है। नैक्सट क्वेश्चन देखो ध्यान नाल बेटा, हूँ साढ़े को आया है 9,05,41,41। पहला असी अपना खाली जिहड़ा बनाना है ब्लैंक वो बना लीए। हूँ देखो ध्यान नाल साढ़े कोल क्या गया है 9 करोड़, करोड़ के घर में बेटा 9 लिखना है। हुण करोड़ के घर 2 खाने होंगे ने बेटा, याद रखना है 9 लिखना है तो आ दूजे खाने लिखना है, इधर नहीं लिखना। हमेशा 9 एक इकहरी संख्या जी एक अंक वाली संख्या होती है वो इत्थे लिखी जाती है, इत्थे 0 होंदा फिर, ठीक है ना। 9 करोड़ 5 लाख, फिर कला 5 लाख के घर कला 5 लिखना, इत्थे लिखा जाएगा तो इधर विचकार पिछे की होएगा 0। एक खाली थां ते की भरना है 0, इनू कहते 9। जे 9 तो बाद 0 लिखांगे 90 बन जाता है, इस करके 9 तो पहला 0 लिखो तो 9 होंदा है। आ 9 है, आ 5 है। 9 करोड़ 5 लाख, उस तो बाद की लिखा देखो 41, कला 41, हज़ार की तो गल ही नहीं हुई, इसका मतलब हज़ार के खाने 0 होएगा। 100 की गल हुई नहीं, आ खाना 100 का होंदा, 100 के खाने भी 0 होया, सिर्फ अखीरले की आया 41 आया तुहाडे कोल। देख सकते हो 9 करोड़, करोड़ के खाने में 9 भरिया है। 5 लैख, लैख के खाने 5 भरिया है। उस तो बाद लैख तो बाद ना ही तुहाडे कोल 1000 की गल हुई, इस करके 0, ना ही 100 की गल हुई, इस करके 0। 41 आ 41 लिख दिता गया, तो साडा आंसर कितना आया। पहला 0 लिखने की लोड़ नहीं होंदी। 905000041, 9 तो बाद 3 तो बाद कॉमा, 2 तो बाद कॉमा, 2 तो बाद कॉमा, ये तुहाडे कोल आंसर होएगा बेटा। अगला सवाल है बेटा साडे कोल ध्यान नाल देखना तुसीं। 7 करोड़, करोड़ के खाने में 7 भरना है, तो इहदा मतलब 07। 52 लाख, लाख के खाने के असीं की लिखना है 52। 21,000, हज़ार के खाने के की लिखांगे 21। 302, 302 नूं 302 नाल लिखा जाता है। देख सकते हो 7 करोड़, करोड़ के खाने में 7। 52 लैख, लैख के खाने में 52। 21,000, थाउजेंड के खाने में 21। 302, 302 असीं की बोलते हैं 302। आंसर क्या आया 7 तो बाद कॉमा, 52 तो बाद कॉमा, 21 तो बाद कॉमा, 302, ये तुहाडा बेटा आंसर होएगा। सवाल बेटा देखो 23 लाख, मतलब करोड़ के खाने में कुछ नहीं आ रहा, सीधा लख ते पहुँच गया। लख के 23 लिख लिया है। 30,000, हज़ार के 30 लिख लिया है। 100 की गल नहीं हुई, 0। 10 होंदा है, 1 0 10, इसका मतलब 23 तो बाद कॉमा, 30 तो बाद कॉमा, तो 0 10, ये तुहाडा इस सवाल का की होएगा आंसर। इस तरह असीं बेटा हुण भारतीय अंतरराष्ट्रीय भारतीय जिहड़ी संख्यक प्रणाली है उसनूं चंगी तरह समझ लिया है कि जे शब्दां विच दिता है तो उसनूं असीं अंकां विच भी बदलना सीख लिया है, तो अंकां नूं शब्दां विच लिखना भी असीं सीख चुके हैं। हुण असीं अंतरराष्ट्रीय प्रणाली वाले जानन करांगे कि अंतरराष्ट्रीय प्रणाली दे विच की कीता जांदा है। बेटा अंतरराष्ट्रीय संख्यक प्रणाली नूं इंटरनैशनल सिस्टम ऑफ न्यूमरेशन कहने हैं। ध्यान नाल देखना तुसीं, इहदे विच भी देखो इकाई, दहाई, सैकड़ा, हज़ार, 10,000 तक सेम है। उस तो बाद ये बेटा एक अखर वध जाता है 100,000, 1,000, 10,000, 100,000, मिलियन, 10 मिलियन, 100 मिलियन। इस चीज़ को ध्यान रखना पेगा तुहानूं। इकाई, दहाई, सैकड़ा, हज़ार, 10,000 तक तो साडा भारतीय सिस्टम ही चल रहा है। उस तो बाद 10,000 तो बाद आता है 100,000, फिर मिलियन, इत्थे आ गया मिलियन, 10 मिलियन, 100 मिलियन। बस उत्थे तुहाडे कोल जिहड़ा करोड़ सीगा इत्थे मिलियन बन चुका है। हुण इत्थे तुसीं याद रखना है कि एक घर एक होर गल, इत्थे जो कौमा लगाने हैं भारतीय प्रणाली दे विच असीं पहलां 3 अखर तो बाद कौमा लांदे सीगे, फिर 2-2 अखरां तो बाद कौमे लगदे सीगे। अंतरराष्ट्रीय दे विच लगदे ही 3-3 अखरां तो बाद कौमा है। 3 अखर कौमा, 3 अखर कौमा, 3 अखर कौमा, 3 अखर कौमा, 3 ही अखरां दा जोड़ा लेना हुंदा है। हुण ये घर पहले 3 अखरां दा घर की है 100 का घर है, फिर 3 घर 1000 का है, फिर 3 मिलियन का है। ये बस 3 ही घर होंगे ने 100 का, 1000 का ते मिलियन का। हुण देखो किस तरह आप सवाल हल करांगे। साडे कोल एक सवाल आ गया है
ਹੁਣ ਇਹਨੂੰ ਜੀ ਕੌਮਾ ਲਾਣਾ ਹੈ 1 2 3 ਤੋਂ ਬਾਅਦ ਕੌਮਾ 1 2 3 ਤੋਂ ਬਾਅਦ ਕੌਮਾ ਉਸ ਤੋਂ ਬਾਅਦ 2 ਹੀ ਬਚੇ ਹੈ ਤੇ ਉਹੀ ਆਪਣਾ ਬਣ ਚੁੱਕਾ ਹੈ। ਹੁਣ ਇਹ ਘਰ ਤੁਹਾਨੂੰ ਮੈਂ ਦੱਸਿਆ 100 ਦਾ ਹੁੰਦਾ ਹੈ, ਦੂਜਾ ਘਰ 1000 ਦਾ ਹੁੰਦਾ ਹੈ, ਤੀਜਾ ਘਰ ਮਿਲੀਅਨ ਦਾ ਹੁੰਦਾ ਹੈ। ਯਾਦ ਰੱਖਣਾ ਬੇਟਾ ਭਾਰਤੀ ਸਿਸਟਮ ਦੇ ਵਿੱਚ 100 ਤੋਂ ਬਾਅਦ 1000 ਲੱਖ ਕਰੋੜ ਇਦਾਂ ਹੁੰਦੇ ਸੀਗੇ। ਅੰਤਰਰਾਸ਼ਟਰੀ ਦੇ ਵਿੱਚ ਘਰ ਕਿੱਦਾਂ ਹੁੰਦਾ, ਪਹਿਲਾ ਘਰ 100 ਦਾ, ਦੂਜਾ 1000 ਦਾ, ਤੀਜਾ ਮਿਲੀਅਨ ਦਾ। ਹੁਣ ਦੱਸੋ ਇਸ ਘਰ ਦੇ ਵਿੱਚ ਮੈਂਬਰ ਕੌਣ ਹੈ 78 ਤੇ ਕੀ ਬਣੇਗਾ 78 ਮਿਲੀਅਨ 78 ਮਿਲੀਅਨ। ਇਸ ਘਰ ਦਾ ਮੈਂਬਰ ਕੌਣ ਹੈ 921 921,000। ਇਸ ਘਰ 'ਚ ਕੀ ਲਿਖਿਆ ਹੈ 92 78 ਮਿਲੀਅਨ 921,092। ਇੰਗਲਿਸ਼ 'ਚ ਪੜਾਂਗੇ 78 ਮਿਲੀਅਨ 921,092। 78 ਮਿਲੀਅਨ समझ लग रही है बेटा घर का मैंबर पूरा पढ़ना पैना है। 78 तो बाद घर बोलना है मिलीयन का 921,092 तो ये असी इंग्लिश में भी लिख चुके हैं। एक होर देख लो एग्जाम्पल बेटा साढ़े कोल है हुण 3 तो बाद कौमा 1 2 3 तो बाद कौमा 48 तो यदा मिलीयन के घर के 48 बैठा है, 1000 के घर में 0 है तो मतलब 49 बैठा है, 100 के घर के 831 बैठा है तो की बोलांगे 48 मिलीयन 49,831। इंग्लिश में की बोलांगे 48 मिलीयन 49,831। देख सकते हो तुसी 48 मिलीयन 49,831 ਜਾਂ 48 मिलीयन 49,831। ਹੁਣ ਆਪਾਂ ਇਸ ਦੇ ਆਧਾਰਿਤ ਕੁਝ ਸਵਾਲ ਕਰਾਂਗੇ ਜਿਸ ਨਾਲ ਸਾਨੂੰ और क्लीयर हो जाएगा। ਹੁਣ ਦੇਖੋ ਬੇਟਾ ਟੁਕਵੇਂ ਸਥਾਨ ਤੇ ਅਲਪ ਵਿਰਾਮ ਲਗਾਓ ਅਤੇ ਸੰਖਿਆਵਾਂ ਨੂੰ ਅੰਤਰਰਾਸ਼ਟਰੀ ਸੰਖਿਆ ਲਿਖਣ ਪ੍ਰਣਾਲੀ ਦੇ ਰੂਪ ਵਿੱਚ ਲਿਖੋ। ਇਨਸਰਟ ਕਾਮਾ ਸੁਟੇਬਲੀ ਐਂਡ ਰਾਈਟ ਦ ਨੇਮਸ ਅਕੋਰਡਿੰਗ ਟੂ ਇੰਟਰਨੈਸ਼ਨਲ ਸਿਸਟਮ ਆਫ ਨਿਊਮਰੇਸ਼ਨਸ। ਇਟ ਮੀਨ ਸਾਡੇ ਕੋਲ ਨੰਬਰ ਕੀ ਹੈ ਧਿਆਨ ਨਾਲ ਦੇਖਿਓ ਸੀ ਲਿਖਣ ਲੱਗੇ ਆ 7 8 9 2 1 0 9 2। ਤੁਹਾਨੂੰ ਮੈਂ ਸਮਝਾਇਆ ਅੰਤਰਰਾਸ਼ਟਰੀ ਸਿਸਟਮ ਦੇ ਵਿੱਚ 3 3 ਤੋਂ ਬਾਅਦ ਕੌਮਾ ਲੱਗਦਾ 1 2 3 ਕੌਮਾ 1 2 3 ਕੌਮਾ। ਇਹ ਘਰ ਸਾਡਾ ਹੈ 100 ਦਾ, ਇਹ ਵਾਲਾ ਘਰ ਸਾਡਾ ਹੈ 1000 ਦਾ, ਇਹ ਘਰ ਸਾਡਾ ਹੈ ਮਿਲੀਅਨ ਦਾ। ਅਸੀਂ ਲਿਖ ਲਿਆ ਹੈ। ਹੁਣ ਦੇਖੋ ਧਿਆਨ ਨਾਲ ਇਸ ਘਰ ਦਾ ਮੈਂਬਰ ਪੜੋ ਪਹਿਲਾਂ ਕੀ ਲਿਖਿਆ ਹੈ 7 ਤੇ 8 ਕੀ ਬੰਦਾ ਹੈ 78। ਆ ਕੀ ਹੈ 9 2 1 921 ਤੇ ਇਹ ਹੈ 92। ਪਹਿਲਾਂ ਤਾਂ ਤੁਹਾਨੂੰ ਇਹ ਪੜ੍ਹਨਾ ਆਉਣਾ ਚਾਹੀਦਾ ਬੇਟਾ ਕਿ ਘਰ ਦੇ ਵਿੱਚ ਜਿਹੜਾ ਅੱਖਰ ਲਿਖਿਆ ਹੈ ਉਹ ਹੈ ਕੀ। ਹੁਣ ਪੜ੍ਹਨ ਲੱਗਿਆ 78 ਮਿਲੀਅਨ 921,000 ਤੇ 92 ਇਹ ਤੁਹਾਡਾ ਆਨਸਰ ਹੋਏਗਾ। ਇੰਗਲਿਸ਼ ਵਾਲੇ ਦਾ 78 ਮਿਲੀਅਨ 921,092 ਤੇ ਮੈਂ ਹੁਣ ਲਿਖਣ ਲੱਗਾ ਹੈ। देखो बेटा ਅਸੀਂ ਲਿਖ ਚੁੱਕੇ ਹਾਂ 78 ਮਿਲੀਅਨ 921,092 78 ਮਿਲੀਅਨ 921,092। ਹੁਣ ਅਗਲਾ ਸਵਾਲ ਧਿਆਨ ਨਾਲ ਦੇਖਣਾ ਤੁਸੀਂ। ਹੁਣ ਸਾਡੇ ਕੋਲ ਹੈ ਬੇਟਾ 74522283 ਤੁਹਾਨੂੰ ਸਮਝਾਇਆ ਕਿ 3 ਅੱਖਰ ਤੋਂ ਬਾਅਦ ਕੌਮਾ 3 ਅੱਖਰ ਤੋਂ ਬਾਅਦ ਕੌਮਾ ਤੇ ਇਹ ਸਾਡੇ ਕੋਲ 100 ਦਾ 1000 ਦਾ ਤੇ ਮਿਲੀਅਨ ਦਾ ਘਰ ਹੈ। ਤੇ ਤੁਸੀਂ ਦੇਖ ਸਕਦੇ ਹੋ ਬੇਟਾ ਹੁਣ ਇਹ ਘਰ ਮਿਲੀਅਨ ਦਾ ਹੈ ਤੇ ਉਸ ਘਰ ਦੇ ਵਿੱਚ ਮੈਂਬਰ ਹੈ 7 ਤੇ ਇਹ ਘਰ 1000 ਦਾ ਹੈ ਜਿਹਦੇ ਵਿੱਚ ਮੈਂਬਰ ਹੈ 452 ਜਿਹਨੂੰ 452 ਕਹਿੰਦੇ ਆਪਾਂ। 100 ਦੇ ਘਰ ਮੈਂਬਰ ਹੈ 283 ਜਿਹਨੂੰ 283 ਜਾਂ 283 ਬੋਲਦੇ ਹਾਂ। ਤਾਂ ਹੁਣ ਕੀ ਲਿਖਾਂਗੇ 7 ਮਿਲੀਅਨ 452,283 ਆਨਸਰ ਜਾਂ 7 ਮਿਲੀਅਨ 452,283। ਇਸ ਤਰ੍ਹਾਂ ਅਸੀਂ ਸਵਾਲ ਨੂੰ ਹੱਲ ਕਰਨਾ ਹੈ। ਬੇਟਾ ਅਸੀਂ ਲਿਖ ਚੁੱਕੇ ਹਾਂ 7 ਮਿਲੀਅਨ 452,283 7 ਮਿਲੀਅਨ 452,283 ਤੇ ਇਸ ਤਰ੍ਹਾਂ ਸਾਡਾ ਇਹ ਸਵਾਲ ਵੀ ਕੰਪਲੀਟ ਹੋ ਗਿਆ ਹੈ। ਬੇਟਾ ਹੁਣ ਦੇਖੋ ਅਗਲਾ ਸਵਾਲ ਹੈ 9998510 ਮੈਂ ਕੰਪਲੀਟ ਕਰ ਲਿਆ ਹੈ। 3 ਤੋਂ ਬਾਅਦ ਕੌਮਾ 3 ਤੋਂ ਬਾਅਦ ਕੌਮਾ ਤੇ ਫਿਰ ਤੀਜਾ ਘਰ। ਪਹਿਲਾ ਘਰ ਸਾਡਾ 100 ਦਾ ਹੈ 1000 ਦਾ ਹੈ ਮਿਲੀਅਨ ਦਾ ਹੈ 100 1000 ਤੇ ਮਿਲੀਅਨ ਦਾ। ਹੁਣ ਕੀ ਬਣੇਗਾ देखो इस घर का मैंबर है 99, इस घर का मैंबर पढ़ो 985 है, इस घर का मैंबर है 102 तो 99 मिलियन 985,102 आंसर। 99 मिलियन
985,102। ਤੁਸੀਂ ਦੇਖ ਸਕਦੇ ਹੋ 99,985,102। ਇਸੇ ਤਰ੍ਹਾਂ ਮੈਂ ਉਸ ਨੂੰ ਇੰਗਲਿਸ਼ ਵਿੱਚ ਲਿਖਿਆ ਹੈ। ਉਮੀਦ ਕਰ ਰਿਹਾ ਤੁਹਾਨੂੰ ਸਮਝ ਲੱਗ ਗਈ ਹੋਏਗੀ ਕਿਸ ਤਰ੍ਹਾਂ ਅਸੀਂ ਘਰ ਬਣਾਉਣੇ ਹਨ ਤਾਂ ਕਿ ਸਾਨੂੰ ਯਾਦ ਰਹਿ ਸਕੇ। ਹੁਣ ਇਹ ਚੀਜ਼ ਤੁਹਾਨੂੰ ਯਾਦ ਰੱਖਣੀ ਕਿ ਕਿੱਦਾਂ ਪੜ੍ਹੀ ਹੈ। ਇਹ ਤਾਂ ਤੁਹਾਨੂੰ ਪਤਾ ਹੈ ਨਾ 99 ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ 985 ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ 102 ਹੈ। ਉਸੇ ਜੇ ਪਤਾ ਹੈ ਤਾਂ ਹੀ ਉਹ ਲਿਖ ਸਕਦੇ ਆਪਾਂ, ਇਸ ਗੱਲ ਦਾ ਧਿਆਨ ਰੱਖਣਾ ਹੈ। ਅਗਲਾ ਸਵਾਲ ਦੇਖੋ ਤੁਸੀਂ ਧਿਆਨ ਨਾਲ, देखो बेटा ਹੁਣ फिर 3 ਤੋਂ ਬਾਅਦ ਕੋਮਾ ਲਗਾਇਆ ਹੈ, 3 ਤੋਂ ਬਾਅਦ ਕੋਮਾ ਲਗਾਇਆ ਹੈ। ਹੁਣ ਪਹਿਲੇ ਘਰ ਦਾ ਮੈਂਬਰ ਪੜੋ 4 ਤੇ 8 48, ਦੂਜੇ ਮੈਂਬਰ ਦੇ ਵਿੱਚ ਪਹਿਲਾਂ 0 ਹੈ ਤੇ 49, ਤੀਜਾ ਹੈ 831। 48,49,831 ਅਸੀਂ ਲਿਖ ਚੁੱਕੇ ਹਾਂ। ਉਮੀਦ ਕਰਦਾ ਹਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਈ ਹੋਏਗੀ ਕਿ ਅੰਤਰਰਾਸ਼ਟਰੀ ਸਿਸਟਮ ਦੇ ਵਿੱਚ ਕਿੱਦਾਂ ਲਿਖਦੇ ਹਾਂ ਤੇ ਭਾਰਤੀ ਸਿਸਟਮ ਦੇ ਵਿੱਚ ਅਸੀਂ ਕਿਸ ਤਰੀਕੇ ਨਾਲ ਲਿਖਦੇ ਹਾਂ। ਬਹੁਤ ਇੰਪੋਰਟੈਂਟ ਸਵਾਲ ਹੈ ਬੇਟਾ, ਪੱਕਾ ਆਉਂਦਾ ਹੈ ਪੇਪਰਾਂ ਦੇ ਵਿੱਚ, ਜ਼ਰੂਰ ਕੋਸ਼ਿਸ਼ ਕਰਨੀ ਹੈ।